तू है वाहो तेरी रजाए, जो किछ करे सोई पर होए बा, अवर न करना जाए, अवर न करना जाए, अवर न करना कारण करता जो करे, सिर तर मन करे शुक्राना। कारण करता जो करे, सिर तर मन करे शुक्राना। करे शुक्राना, करे शुक्राना, करे शुक्राना, करे शुक्राना। कारण करता जो करे, सिर तर मन करे शुक्राना। कारण करता जो करे, सिर तर मन करे शुक्राना। गुरमुख हो में पार हरे, मन पावे खस में दा पाना। गुरमुख हो में पार हरे, मन पावे खस में दा पाना। मन पावे खस में दा पाना। कारण करता जो करे, सिर तर मन करे शुक्राना। कारण करता जो करे, सिर तर मन करे शुक्राना। करे शुक्राना, करे शुक्राना, करे शुक्राना, करे शुक्राना। कारण करता जो करे, सिर तर मन करे शुक्राना।
सिर तर मन करे शुक्राना, करे शुक्राना, करे शुक्राना, करे शुक्राना, करे शुक्राना। कारण करता जो करे, सिर तर मन करे शुक्राना। वर्तमान विच वरतदा होवण हारे सोई परवाना। वर्तमान विच वरतदा होवण हारे सोई परवाना, होवन हार सोई परवाना। कारण करता जो करे, सिर तर मन करे शुक्राना। जपो कारण करता जो करे, सिर तर मन करे शुक्राना। करे शुक्राना, करे शुक्राना, करे शुक्राना, करे शुक्राना। कारण करता जो करे, सिर तर मन करे शुक्राना। राजी होए रजाए विच दुनिया अंदर जो मेहमाना। राजी होए रजाए विच दुनिया अंदर जो मेहमाना। दुनिया अंदर जो मेहमाना। कारण करता जो करे, सिर तर मन करे शुक्राना। कारण करता जो करे, सिर तर मन करे शुक्राना। करे शुक्राना, करे शुक्राना, करे शुक्राना, करे शुक्राना। कारण करता जो करे, सिर तर मन करे शुक्राना। विस्मादी विस्माद विच कुदरत का दर न कुर्बाना। विस्मादी
विच कुदरत कादर नो कुर्बाना लेप अलेप सदा निर्वाणा कारण करता जो करे सिर तर मन करे शुक्राना कारण करता जो करे सिर तर मन करे शुक्राना करे शुक्राना करे शुक्राना करे शुक्राना करे शुक्राना कारण करता जो करे सिर तर मन करे शुक्राना। जिन्नी भी संगत बैठी हो सारी संगत प्यार दे नाल आखो जी सतनाम। ਇਹ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਵਾਰ ਜਿਸ ਦੇ ਵਿੱਚ ਭਾਈ ਗੁਰਦਾਸ ਜੀ ਸਾਨੂੰ ਸਮਝਾ ਰਹੇ ਨੇ ਪਿਆਰਿਆ, ਜੋ ਉਹ ਕਰਨ ਵਾਲਾ ਪਰਮਾਤਮਾ ਨਿਰੰਕਾਰ ਕਰ ਰਿਹਾ ਹੈ, ਹਰ ਉਹਦੇ ਕੀਤੇ ਦੇ ਜੋ ਉਹ ਕਰ ਰਿਹਾ ਹੈ, ਹਰ ਉਹਦੇ ਕੀਤੇ ਨੂੰ ਮੰਨ ਕੇ ਉਹਦਾ ਸ਼ੁਕਰਾਨਾ ਕਰ। ਵੈਸੇ ਇੱਕ ਬੇਨਤੀ ਦਾਸ ਕਰੇ ਸੰਗਤ ਨੂੰ, ਉਦਾਂ ਸਤਸੰਗੀਓ ਹੈ ਅਵਸਥਾ ਇਹ ਬੜੀ ਵੱਡੀ, ਜੇ ਗੁਰੂ ਕਿਰਪਾ ਕਰਕੇ ਦੇਵੇ। ਸੰਤ ਅਤਰ ਸਿੰਘ ਜੀ ਦੇ ਕੋਲ ਕੁਝ ਪ੍ਰੇਮੀ ਬੈਠੇ ਸੀ ਤੇ ਮਹਾਂਪੁਰਸ਼ਾਂ ਦੀ ਮੌਜ ਆਈ ਕਿ ਅੱਜ ਝੋਲੀ ਕੁਝ ਪਾਉਣਾ ਹੈ, ਤੇ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਗੁਰਮੁਖ ਪਿਆਰਿਓ ਦੱਸੋ ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ ਕੱਚੀ ਕਲਾਸ ਤੇ ਗੁਰੂ ਨਾਨਕ ਦੇ ਘਰ ਦੀ ਅਖੀਰਲੀ ਕਲਾਸ ਕਿਹੜੀ ਹੈ? ਆਖੋ ਸਤਨਾਮ। ਜਿਹੜੇ ਪ੍ਰੀ ਬੈਠੇ ਸੀ ਸਾਰਿਆਂ ਨੇ ਹੱਥ ਜੋੜ ਲਏ, ਮਹਾਂਪੁਰਸ਼ੋ ਆਪ ਜੀ ਹੀ ਸੁਮਤ ਬਖਸ਼ੋ। ਤੇ ਉਸ ਵੇਲੇ ਸੰਤ ਬਾਬਾ ਅਤਰ ਸਿੰਘ ਜੀ ਆਖਣ ਲੱਗੇ, ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਹੈ ਗੁਰਮਤਿ ਰਿਦੇ ਗਰੀਬੀ ਆਵੇ, ਕਿ ਹਿਰਦੇ ਦੇ ਵਿੱਚ ਨਿਮਰਤਾ ਆ ਜਾਣੀ, ਇਹ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਹੈ। ਜ਼ਰੂਰ ਪਾਇਓ ਝਾਤੀ, ਜੇ ਨਿਮਰਤਾ ਆਈ ਤੇ ਸਮਝ ਲੈਣਾ ਗੁਰੂ ਦੇ ਸਕੂਲ ਦੇ ਵਿੱਚ ਦਾਖਲਾ ਹੋਇਆ ਹੈ, ਤੇ ਜੇ ਅਜੇ ਤੱਕ ਅੰਦਰ ਨਿਮਰਤਾ ਨਹੀਂ ਆਈ ਤੇ ਸਮਝ ਲੈਣਾ ਅਜੇ ਤੱਕ ਗੁਰੂ ਨਾਨਕ ਦੇ ਘਰ ਦੀ ਕੱਚੀ 'ਚ ਵੀ ਦਾਖਲ ਨਹੀਂ ਹੋਇਆ। ਆਖੋ ਸਤਨਾਮ। ਇਹ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਗੁਰਮਤਿ ਰਿਦੇ ਗਰੀਬੀ ਆਵੇ। ਤੇ ਮਹਾਂਪੁਰਸ਼ੋ ਦੂਜੀ ਵੀ ਸੁਮਤ ਪਾਓ, ਅਖੀਰਲੀ ਕਲਾਸ ਕਿਹੜੀ, ਸਭ ਤੋਂ ਉੱਚੀ ਕਲਾਸ ਕਿਹੜੀ? ਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਆਖਣ ਲੱਗੇ, ਗੁਰੂ ਨਾਨਕ ਦੇ ਘਰ ਦੀ ਅਖੀਰਲੀ ਕਲਾਸ, ਸਭ ਤੋਂ ਉੱਚੀ ਕਲਾਸ, ਉਹਦਾ ਭਾਣਾ ਮਿੱਠਾ ਕਰਕੇ ਮੰਨਣਾ ਤੇ ਰੱਬ ਦੀ ਰਜ਼ਾ 'ਚ ਰਹਿਣਾ। ਆਖੋ ਸਤਨਾਮ। ਇਹ ਸਭ ਤੋਂ ਉੱਚੀ ਕਲਾਸ ਹੈ, ਸਭ ਤੋਂ ਉੱਚੀ, ਉਹਦੀ ਰਜ਼ਾ 'ਚ ਰਹਿਣਾ। ਜਿੰਨੀ ਵੀ ਸੰਗਤ ਬੈਠੀ ਹੋ ਹੈ ਬੜੀ ਉੱਚੀ ਇਹ ਕਲਾਸ। ਬਾਕੀ ਮਹਾਂਪੁਰਸ਼ ਰਸਤਾ ਦੱਸਦੇ ਸੀ ਕਿ ਇਹ ਅਵਸਥਾ ਬਣ ਜਾਵੇ ਉਹਦੇ ਲਈ ਨਿੱਕੇ ਨਿੱਕੇ ਢੰਗ ਨੇ, ਨਿੱਕੇ ਨਿੱਕੇ ਢੰਗ ਅਪਣਾ ਲੈ। ਉਹ ਕਿਹੜੇ ਢੰਗ? ਜਿੰਨੀ ਵੀ ਸੰਗਤ ਬੈਠੀ ਹੋ ਪਿਆਰਿਓ, ਹਰ ਬੰਦਾ ਇਹ ਗੱਲ ਚਾਹੁੰਦਾ ਹੈ ਕਿ ਹਰ ਕੰਮ ਮੇਰੀ ਮਰਜ਼ੀ ਨਾਲ ਹੋਵੇ, ਹਰ ਕੰਮ ਮੇਰੀ ਮਰਜ਼ੀ ਨਾਲ। ਹਰ ਕੋਈ ਇਹ ਚਾਹੁੰਦਾ ਮੈਂ ਇਦਾਂ ਚਾਹੁੰਦਾ ਸਾਂ, ਉਹਨੇ ਇਦਾਂ ਕਿਉਂ ਨਹੀਂ ਕੀਤਾ, ਹਰ ਕੰਮ ਮੇਰੀ ਮਰਜ਼ੀ ਨਾਲ ਕਿਉਂ ਨਹੀਂ ਹੋ ਰਿਹਾ। ਜਦ ਤੱਕ ਅੰਦਰ ਮੇਰੀ ਮਰਜ਼ੀ ਹੈ, ਆਪਣੀ ਮਰਜ਼ੀ ਹੈ ਪਿਆਰਿਓ, ਉਦੋਂ ਤੱਕ ਗੁਰੂ ਦੀ ਪ੍ਰਸੰਨਤਾ ਨਹੀਂ, ਉਦੋਂ ਤੱਕ ਗੁਰੂ ਦੀ ਖੁਸ਼ੀ ਨਹੀਂ। ਆਪਣੀ ਮਰਜ਼ੀ ਛੱਡ ਕੇ ਜੋ ਕੁਝ ਵੀ ਹੋ ਰਿਹਾ ਹੈ ਗੁਰੂ ਦੀ ਮਰਜ਼ੀ ਦੇ ਨਾਲ ਮਰਜ਼ੀ ਮਿਲਾ ਦੇਵੇ ਤੇ ਇਹ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ। ਆਖੋ ਸਤਨਾਮ। ਸ਼ਾਇਦ ਜੀ ਕਈ ਨਾ ਸਮਝਿਓ, ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮਿਲਾਉਣੀ ਕੀ? ਆਦਾਸ ਹਿੰਦੂ ਧਰਮ ਦੇ ਇੱਕ ਮਹਾਂਪੁਰਸ਼ ਨੇ, ਔਰਤ ਨੇ, ਔਰਤ ਸੰਗਤ ਦੇ ਨਾਤੇ ਬਹੁਤ ਪਿਆਰ, ਬੱਚਿਆਂ ਵਾਂਗ ਮੈਨੂੰ ਪਿਆਰ ਦਿੰਦੇ ਨੇ ਦਾਸ ਨੂੰ, ਕਾਫੀ ਵੱਡੀ ਉਮਰ ਦੇ। ਤੇ ਜਦੋਂ ਵੀ satsang ਕਰਦੇ ਨੇ 50-50 ਹਜ਼ਾਰ ਸੰਗਤ ਦੇ ਪ੍ਰੇਮੀ ਜੁੜਦੇ ਨੇ। ਤੇ ਇੱਕ ਦਿਨ
ਦਾਸ ਦਾ ਜਦੋਂ ਉਹਨਾਂ ਦੇ ਨਾਲ ਮੇਲ ਹੋਇਆ ਤੇ ਮੈਨੂੰ ਉਹਨਾਂ ਨੇ ਬਚਨ ਸੁਣਾਇਆ, ਕਹਿਣ ਲੱਗੇ ਕਿ ਇੱਕ ਦਿਨ ਸਾਡੇ ਮਹਾਂਪੁਰਸ਼ਾਂ ਦਾ ਫੋਨ ਆਇਆ, ਜਿਨ੍ਹਾਂ ਨੂੰ ਅੱਗੋਂ ਮੰਨਦੇ ਸੀ, ਜਿਨ੍ਹਾਂ ਦਾ ਸਤਿਕਾਰ, ਜਿਨ੍ਹਾਂ ਦੀ ਸੰਗਤ ਪ੍ਰਾਪਤ ਸੀ। ਕਹਿੰਦੇ ਇੱਕ ਦਿਨ ਸਾਨੂੰ ਸਾਡੇ ਮਹਾਂਪੁਰਸ਼ਾਂ ਦਾ ਫੋਨ ਆਇਆ, ਉਹ ਵੀ ਔਰਤ। ਕਹਿੰਦੇ ਕੀ ਫੋਨ ਆਇਆ ਕਿ ਜਲਦੀ ਨਾਲ ਆਓ, ਤਬੀਅਤ ਬਹੁਤ ਢਿੱਲੀ ਹੈ। ਕਹਿੰਦੇ ਜਦੋਂ ਮੈਂ ਗਈ, ਜਾ ਕੇ ਮਹਾਂਪੁਰਸ਼ਾਂ ਨੂੰ ਵੇਖਿਆ, ਬਿਸਤਰੇ ਤੇ ਲੰਮੇ ਪਏ ਨੇ, ਗਲੂਕੋਸ ਚੜ ਰਿਹਾ, ਕੁਝ ਸਮਾਂ ਪਹਿਲੇ ਖੂਨ ਵੀ ਚੜਿਆ, ਆ ਉਂਗਲੀ ਦੇ ਉੱਤੇ ਚੁੰਡੀ ਜੀ ਲਾਈ, ਜਿਹਦੇ ਨਾਲ ਹਰ ਵੇਲੇ ਬਲੱਡ ਪ੍ਰੈਸ਼ਰ ਚੈੱਕ ਹੋ ਰਿਹਾ। ਪਿਆਰਿਓ, ਖੂਨ ਦੀਆਂ ਬੋਤਲਾਂ ਵੀ ਚੜੀਆਂ ਨੇ, ਬਲੱਡ ਪ੍ਰੈਸ਼ਰ ਵੀ ਹਰ ਵੇਲੇ ਚੈੱਕ, ECG ਵੀ ਖੋਰ, ਗਲੂਕੋਸ ਵੀ ਚੜਦੇ। ਇੰਨੀ ਬੁਰੀ ਹਾਲਤ ਉਹ ਮਹਾਂਪੁਰਸ਼ਾਂ ਦੀ ਕਿ ਸਾਰਾ ਲੈਟਰਿੰਗ, ਪਿਸ਼ਾਬ, ਇਹ ਚੀਜ਼ਾਂ ਬਿਸਤਰੇ ਤੇ ਹੀ ਹੋ ਰਹੀਆਂ ਨੇ। ਉਹ ਮੈਨੂੰ ਸੁਣਾ ਰਹੇ, ਕਹਿੰਦੇ ਜਦੋਂ ਮੈਂ ਗਈ, ਮਹਾਂਪੁਰਸ਼ਾਂ ਦੀ ਇਹ ਹਾਲਤ ਵੇਖੀ ਤੇ ਉਸ ਵੇਲੇ ਮੈਂ ਮਹਾਂਪੁਰਸ਼ਾਂ ਨੂੰ ਆਖਿਆ, ਮਹਾਂਪੁਰਸ਼ੋ, ਤੁਹਾਡੇ ਤੇ ਐਡਾ ਵੱਡਾ ਬੁਰਾ ਸਮਾਂ ਆਇਆ, ਇੰਨਾ ਤੁਹਾਡੇ ਤੇ ਕਸ਼ਟ ਆਇਆ ਹੈ, ਇਹ ਕਿਉਂ? ਤੇ ਕਹਿਣ ਲੱਗੇ, ਉਸ ਵੇਲੇ ਮਹਾਂਪੁਰਸ਼ ਇਹ ਗੱਲ ਸੁਣ ਕੇ ਹੱਸ ਪਏ। ਕਹਿੰਦੇ ਦੁੱਖ ਦਾ ਸਮਾਂ ਕਾਹਦਾ ਆਇਆ? ਆਖੋ ਸਤਿਨਾਮ। ਦੁੱਖ ਦਾ ਸਮਾਂ ਕਾਹਦਾ ਆਇਆ? ਕਹਿੰਦੇ ਦੁੱਖ ਹੀ ਤੇ ਹੈ ਕਿ ਗਲੂਕੋਸ ਤੁਹਾਨੂੰ ਲੱਗਾ, ਪਹਿਲੇ ਖੂਨ ਚੜਿਆ, ਆ ਲੈਟਰਿੰਗ, ਪਿਸ਼ਾਬ, ਸਾਰੀਆਂ ਚੀਜ਼ਾਂ ਬਿਸਤਰੇ ਤੇ ਹੋ ਰਹੀਆਂ ਨੇ, ਦੁੱਖ ਦਾ ਸਮਾਂ ਨਹੀਂ ਤੇ ਹੋਰ ਕੀ ਹੈ? ਤੇ ਕਹਿਣ ਲੱਗੇ, ਮਹਾਂਪੁਰਸ਼ ਹੱਸ ਕੇ ਮੈਨੂੰ ਆਖਦੇ, ਪੁੱਤਰ, ਦੁੱਖ ਦਾ ਸਮਾਂ ਮੇਰੇ ਤੇ ਕਾਹਦਾ ਆਇਆ ਹੈ? ਨਿਰੰਕਾਰ ਨੇ ਦੁਬਾਰਾ ਮੈਨੂੰ ਬੱਚਾ ਹੀ ਬਣਾ ਦਿੱਤਾ ਹੈ। ਆਖੋ ਸਤਿਨਾਮ। ਦੁਬਾਰਾ ਬੱਚਾ ਹੀ ਬਣਾਤਾ ਹੈ। ਇਹ ਬੱਚਾ ਹੀ ਹੁੰਦਾ ਜਿਹੜਾ ਸਭ ਕੁਝ ਬਿਸਤਰੇ ਤੇ ਕਰਦਾ ਹੈ। ਸਹੀ ਮਾਇਨਿਆਂ 'ਚ ਮੈਨੂੰ ਇਹ ਦੁੱਖ ਨਹੀਂ ਦਿੱਤਾ, ਬਿਮਾਰ ਨਹੀਂ ਕੀਤਾ, ਸਹੀ ਮਾਇਨਿਆਂ 'ਚ ਮੈਨੂੰ ਸਮਾਂ ਦੇ ਦਿੱਤਾ ਹੈ ਕਿ ਮੰਜੇ ਤੇ ਲੰਮੇ ਪੈ ਜਾ ਤੇ ਹਰ ਵੇਲੇ ਸਿਮਰਨ ਕਰਦੀ ਰਹਿ। ਆਖੋ ਸਤਿਨਾਮ। ਪਿਆਰਿਓ, ਆਮ ਬੰਦਾ ਜਰਾ ਜਿੰਨਾ ਰੱਬ ਦੁੱਖ ਦੇ ਦੇਵੇ, ਉਹ ਦੁੱਖ ਦੇ ਵਿੱਚ ਰੱਬ ਨੂੰ ਤਾਨੇ ਮਿਹਣੇ ਦਿੰਦਾ, ਹੋਰ ਦੁਖੀ ਹੁੰਦਾ। ਜਰਾ ਜਿੰਨਾ ਉਸ ਗੁਰੂ ਦੀ ਮਰਜ਼ੀ ਦੇ ਵਿੱਚ, ਦੁੱਖ ਦਿੱਤੇ ਦੇ ਵਿੱਚ ਸੁੱਖ ਲੱਭਣਾ ਸ਼ੁਰੂ ਕਰ ਦੇਵੇ, ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਦੇ ਨਾਲ ਮਰਜ਼ੀ ਮਿਲਾਉਣੀ ਸ਼ੁਰੂ ਕਰ ਦੇਵੇ, ਦੁੱਖ ਦੇ ਵਿੱਚ ਰਹਿੰਦਾ ਬੰਦਾ ਵੀ ਦੁਖੀ ਨਹੀਂ ਹੁੰਦਾ। ਤਾਂ ਹੀ ਤੇ ਮੇਰੇ ਸਤਿਗੁਰੂ ਕਹਿ ਰਹੇ ਨੇ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ। ਦੁੱਖ ਹੈ ਪਰ ਨਾ ਜਾਣੀਏ, ਨਾ ਜਾਣੀਏ। ਆ ਜਿੰਨੀ ਵੀ ਸੰਗਤ ਬੈਠੀ ਹੋ, ਸਾਰਿਆਂ ਨੂੰ ਬੇਨਤੀ ਹੈ, ਗੁਰੂ ਅੱਗੇ ਉਦਾਂ ਅਰਦਾਸ ਕਰਿਓ, ਸਤਿਗੁਰੂ ਕਦੀ ਵੀ ਇਮਤਿਹਾਨ ਨਾ ਲਵੇ, ਪਰਚਾ ਨਾ ਪਾਵੇ। ਪਰਚੇ ਚੋਂ ਹਰ ਵੇਲੇ ਹੀ ਅਸੀਂ ਫੇਲ ਖਾਂ। ਪਰ ਜੋ ਵੀ ਉਹ ਨਿੱਕੇ ਮੋਟੇ ਕਿਤੇ ਦੁੱਖ ਦੇ ਰਿਹਾ ਹੈ, ਹਰ ਦੁੱਖ ਦੇ ਵਿੱਚੋਂ ਸੁੱਖ ਲੱਭਣਾ ਆ ਜਾਵੇ, ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮਿਲਾਉਣੀ ਆ ਜਾਵੇ, ਤੇ ਇਹ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ। ਆ ਬਾਬਾ ਨੰਦ ਸਿੰਘ ਜੀ ਮਹਾਂਪੁਰਸ਼ਾਂ ਨੇ ਸੰਗਤ ਨੇ ਬੇਨਤੀ ਕੀਤੀ ਮਹਾਂਪੁਰਸ਼ਾਂ ਨੂੰ ਕਿ ਬਾਬਾ ਜੀ, ਆਪ ਜੀ ਕਿਰਪਾ ਕਰੋ, ਸਾਡੇ ਨਗਰ ਦਾ ਗੁਰਦੁਆਰਾ ਹੈ ਤੇ ਨਗਰ ਦੇ ਗੁਰਦੁਆਰਾ ਜਿਹੜਾ ਬਣ ਰਿਹਾ ਉਹਦੀ ਇੱਟ ਆਪਣੇ ਹੱਥਾਂ ਨਾਲ ਰੱਖੋ। ਉਦਾਂ ਬਾਬਾ ਜੀ ਨੇ ਸਾਰੀ ਜ਼ਿੰਦਗੀ ਕਿਸੇ ਗੁਰਦੁਆਰੇ ਦੀ ਇੱਟ ਨਹੀਂ ਰੱਖੀ, ਕੇਵਲ ਇਹੋ ਹੀ ਰੱਖੀ ਏ। ਤੇ ਉਸ ਤੋਂ ਬਾਅਦ ਕੀ ਬਣਿਆ ਉਹ ਆਪ ਜੀ ਸਰਵਣ ਕਰਨਾ। ਆ ਸੰਗਤਾਂ ਨੇ ਜਦੋਂ ਬੇਨਤੀ ਕੀਤੀ, ਮਹਾਂਪੁਰਸ਼ੋ ਆਪ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਡੇ ਗੁਰਦੁਆਰੇ ਦੀ ਇੱਟ ਤੁਸੀਂ ਰੱਖਣੀ, ਗੁਰਦੁਆਰਾ ਬਣਾ ਰਹੇ। ਮਹਾਂਪੁਰਸ਼ਾਂ ਨੇ ਸਮਾਂ ਦੇ ਦਿੱਤਾ। ਜਦੋਂ ਇੱਟ ਰੱਖਣ ਦੇ ਲਈ ਪਹੁੰਚੇ, ਅਰਦਾਸ ਹੋਈ, ਮਹਾਂਪੁਰਸ਼ਾਂ ਨੇ, ਬਾਬਾ ਨੰਦ ਸਿੰਘ ਜੀ ਨੇ ਜਿਸ ਢੰਗ ਦੇ ਨਾਲ ਇੱਟ ਰੱਖੀ, ਅਰਦਾਸ ਕਰਕੇ, ਮਿਸਤਰੀ ਥੋੜਾ ਅਣਜਾਣ, ਉਹਨੂੰ ਇੰਨੀ ਗੱਲ ਦੀ ਨਹੀਂ ਸੀ ਸੋਝੀ ਕਿ ਨਾਮ ਜਪਣ ਵਾਲਾ ਜਿਸ ਢੰਗ ਦੇ ਨਾਲ ਵੀ ਇੱਟ ਰੱਖ ਦੇਵੇ, ਉਹਨੂੰ ਹਿਲਾਉਣਾ ਨਹੀਂ ਚਾਹੀਦਾ, ਉਹਦੇ ਉੱਪਰ ਹੀ ਸੀਮਟ ਪਾ ਕੇ ਅਗਾਂਹ ਹੋਰ ਤਰ੍ਹਾਂ ਉਸਾਰੀ ਆਪਣੇ ਢੰਗ ਨਾਲ ਸ਼ੁਰੂ ਕਰ ਲੈਣੀ ਚਾਹੀਦੀ, ਪਰ ਉਹਨੂੰ ਨਹੀਂ ਹਿਲਾਉਣਾ ਚਾਹੀਦਾ। ਮਿਸਤਰੀ ਸੀ ਅਣਜਾਣ।
ਉਹਨੇ ਜਿਵੇਂ ਬਾਬਾ ਨੰਦ ਸਿੰਘ ਜੀ ਨੇ ਇੱਟ ਰੱਖੀ, ਉਹ ਇੱਟ ਆਪਣੇ ਢੰਗ ਦੇ ਨਾਲ ਠੀਕ ਕਰਨੀ ਚਾਹੀ ਤੇ ਇੱਟ ਹਿਲਾ ਦਿੱਤੀ। ਤੇ ਉਸ ਵੇਲੇ ਬਾਬਾ ਨੰਦ ਸਿੰਘ ਜੀ ਕਹਿੰਦੇ, ਉਹ ਮਿਸਤਰੀ ਇਹ ਕੀ ਕੀਤਾ, ਇਹ ਕੀ ਕੀਤਾ। ਹੁਣ 5-10 ਸਕਿੰਟਾਂ ਦੇ ਲਈ ਮਨ 'ਚ ਆਈ ਤੇ ਥੋੜੀ ਗੱਲ ਜ਼ਰੂਰ, ਪਰ ਉਸ ਵੇਲੇ ਵੇਖੋ ਆਪਣੀ ਮਰਜ਼ੀ ਛੱਡ ਕੇ ਹੁਣ ਗੁਰੂ ਦੀ ਮਰਜ਼ੀ ਨਾਲ ਕਿਵੇਂ ਮਰਜ਼ੀ ਮਿਲਾ ਰਹੇ। ਪਹਿਲੇ ਕਹਿੰਦੇ ਮਿਸਤਰੀ ਇਹ ਕੀ ਕੀਤਾ, ਇੱਟ ਹਿਲਾ ਦਿੱਤੀ। 5-10 ਸਕਿੰਟਾਂ ਬਾਅਦ ਹੀ ਕਹਿਣ ਲੱਗੇ, ਓ ਹੋ ਮਿਸਤਰੀ, ਤੇਰਾ ਵੀ ਕੋਈ ਕਸੂਰ ਨਹੀਂ, ਲੱਗਦਾ ਸਾਡੀ ਰੱਖੀ ਹੋਈ ਇੱਟ ਗੁਰੂ ਨਾਨਕ ਨੂੰ ਚੰਗੀ ਨਹੀਂ ਲੱਗੀ। ਆਖੋ ਸਤਿਨਾਮ। ਸਾਡੀ ਰੱਖੀ ਇੱਟ ਗੁਰੂ ਨਾਨਕ ਨੂੰ ਚੰਗੀ ਨਹੀਂ ਲੱਗੀ, ਅੱਜ ਰੱਖੀ ਏ, ਅੱਜ ਤੋਂ ਬਾਅਦ ਰੱਖਣੀ ਕੋਈ ਨਹੀਂ। ਆ ਪਹਿਲੇ ਥੋੜੀ ਜੀ ਆਈ ਜਦੋਂ ਆਪਣੀ ਮਰਜ਼ੀ, ਇਹ ਕੀ ਕੀਤਾ ਤੂੰ, ਪਰ ਜਦੋਂ ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮਿਲਾਉਣੀ ਸ਼ੁਰੂ ਕਰ ਦਿੱਤੀ ਤੇ ਫਿਰ ਪਿਆਰੇ ਉਸੇ ਤਰ੍ਹਾਂ ਹੀ ਆਨੰਦ ਆਉਂਦਾ। ਇਹ ਨਿੱਕੇ ਨਿੱਕੇ ਢੰਗ ਨੇ ਜੋ ਭਾਈ ਗੁਰਦਾਸ ਜੀ ਕਹਿ ਰਹੇ ਨੇ, ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ। ਉਦਾਂ ਇਹ ਅਵਸਥਾ ਬਹੁਤ ਉੱਚੀ ਨਹੀਂ ਬਣ ਸਕਦੀ, ਪਰ ਆਹ ਨਿੱਕੇ ਨਿੱਕੇ ਕਿਤੇ ਢੰਗ ਅਪਣਾ ਲਈਏ ਤੇ ਇਹ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਏ। ਕਿਵੇਂ ਕਹਿ ਰਹੇ ਭਾਈ ਗੁਰਦਾਸ ਜੀ, ਇੱਕ ਵਾਰੀ ਇਹ ਪੜ੍ਹ ਲਓ ਪੰਕਤੀਆਂ, ਉਸ ਤੋਂ ਬਾਅਦ ਜਿਵੇਂ ਵੀ ਮਹਾਰਾਜ ਸੇਵਾ ਲੈਣਗੇ ਆਪ ਜੀ ਦੇ ਦਰਸ਼ਨ ਸਾਰੇ ਕਰੋ ਜੀ ਕਿਰਪਾ ਪਿਆਰ ਨਾਲ। ਕਾਰਨ ਕਰਤਾ ਜੋ ਸਿਰ ਧਰ ਮਨ ਕਰੇ ਸ਼ੁਕਰਾਨਾ। ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ। ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ, ਕਰੇ ਸ਼ੁਕਰਾਨਾ। ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ। ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ। ਮਹਾਂਪੁਰਸ਼ ਸੋਝੀ ਦੇਣ ਦੇ ਲਈ ਇੱਕ ਗਾਥਾ ਸੁਣਾਉਂਦੇ ਸੀ। ਕਹਿੰਦੇ ਇੱਕ ਬੰਦਾ ਕਿਸੇ ਮਹਾਂਪੁਰਸ਼ਾਂ ਦੇ ਕੋਲ ਗਿਆ ਤੇ ਜਾ ਕੇ ਬੇਨਤੀ ਕੀਤੀ, ਮਹਾਂਪੁਰਸ਼ੋ ਮੈਨੂੰ ਸੁੱਖ ਚਾਹੀਦਾ। ਤੇ ਉਸ ਵੇਲੇ ਮਹਾਂਪੁਰਸ਼ਾਂ ਨੇ ਬੜਾ ਸਮਝਾਇਆ, ਜਦੋਂ ਨਾ ਸਮਝਿਆ ਤੇ ਸਮਝਾਉਣ ਦੇ ਲਈ ਕੀ ਕਹਿੰਦੇ, ਬਈ ਤੈਨੂੰ ਸੁੱਖ ਚਾਹੀਦਾ? ਜੀ ਹਾਂ ਸੁੱਖ ਚਾਹੀਦਾ। ਤੇ ਮਹਾਂਪੁਰਸ਼ ਕਹਿੰਦੇ ਸਾਰੇ ਨਗਰ 'ਚ ਜਾ ਕਿਸੇ ਸੁਖੀ ਬੰਦੇ ਦੇ ਇੱਕ ਪੈਰ ਦੀ ਜੁੱਤੀ ਲੱਭ ਕੇ ਲਿਆ ਕੇ ਸਾਨੂੰ ਦੇ ਦੇ ਤੇ ਤੈਨੂੰ ਵੀ ਸੁੱਖ ਮਿਲ ਜਾਏਗਾ। ਆਖੋ ਸਤਿਨਾਮ। ਕਹਿੰਦਾ ਆਹ ਕਿਹੜੀ ਵੱਡੀ ਗੱਲ ਏ, ਹੁਣੇ ਮੈਂ ਜਾਣਾ ਕਿਸੇ ਸੁਖੀ ਬੰਦੇ ਦੇ ਪੈਰ ਦੀ ਜੁੱਤੀ ਲੈ ਆਉਣਾ ਤੇ ਮੈਨੂੰ ਵੀ ਸੁੱਖ ਮਿਲੇਗਾ। ਜਦੋਂ ਗਿਆ ਸਾਰੇ ਨਗਰ ਦਾ ਚੱਕਰ ਲਾਇਆ, ਜਦੋਂ ਕੋਈ ਵੀ ਹੋਰ ਸੁਖੀ ਬੰਦਾ ਨਜ਼ਰ ਨਾ ਆਇਆ ਤੇ ਅਖੀਰ ਇੱਕ ਸੇਠ ਦੀ ਦੁਕਾਨ ਵੱਲ ਧਿਆਨ ਗਿਆ। ਕੀ ਵੇਖਦਾ, ਚਿੱਟੀ ਵਿਛਾਈ ਹੋਈ, ਸੇਠ ਜੀ ਬੈਠੇ ਨੇ, 10-12 ਨੌਕਰ ਬੈਠੇ ਨੇ, ਮਾਇਆ ਦੀ ਕਮੀ ਕੋਈ ਨਹੀਂ, ਸੇਵਾ ਕਰਨ ਵਾਲਿਆਂ ਦੀ ਕਮੀ ਕੋਈ ਨਹੀਂ। ਤੇ ਕਹਿੰਦਾ ਇਹ ਸੇਠ ਲੱਗਦਾ ਬਹੁਤ ਸੁਖੀ ਹੈ। ਸੇਠ ਦੇ ਕੋਲ ਗਿਆ, ਸੇਠ ਜੀ ਇੱਕ ਕੰਮ ਹੈ, ਬਈ ਦੱਸ। ਕਹਿੰਦਾ ਮੈਨੂੰ ਤੁਹਾਡੇ ਪੈਰ ਦੀ ਇੱਕ ਜੁੱਤੀ ਚਾਹੀਦੀ ਹੈ। ਆਖੋ ਸਤਿਨਾਮ। ਕਹਿੰਦੇ ਜੁੱਤੀ ਤੂੰ ਕੀ ਕਰਨੀ? ਕਹਿੰਦਾ ਮੈਂ ਕਿਸੇ ਮਹਾਂਪੁਰਸ਼ਾਂ ਕੋਲ ਗਿਆ ਸਾਂ ਸੁੱਖ ਲੈਣ ਦੇ ਲਈ, ਉਹਨਾਂ ਨੇ ਕਿਹਾ ਕਿਸੇ ਸੁਖੀ ਬੰਦੇ ਦੇ ਇੱਕ ਪੈਰ ਦੀ ਜੁੱਤੀ ਲੈ ਆ, ਤੈਨੂੰ ਵੀ ਸੁੱਖ ਮਿਲੇਗਾ। ਤੇ ਮੈਨੂੰ ਤੁਹਾਡੇ ਤੋਂ ਵੱਧ ਸੁਖੀ ਕੋਈ ਨਜ਼ਰ ਨਹੀਂ ਆਉਂਦਾ, ਕਰੋ ਕਿਰਪਾ ਮੈਨੂੰ ਆਪਣੇ ਇੱਕ ਪੈਰ ਦੀ ਜੁੱਤੀ ਦਿਓ। ਤੇ ਸੇਠ ਹੱਸ ਪਿਆ, ਕਹਿੰਦਾ ਭੋਲਿਆ ਜੁੱਤੀ ਲੈ ਕੇ ਜਾਣੀ ਬੇਸ਼ੱਕ ਲੈ ਜਾ, ਪਰ ਜਿਹੜਾ ਕਹਿੰਦਾ ਨਾ ਤੈਨੂੰ ਮੇਰੇ ਤੋਂ ਵੱਧ ਸੁਖੀ ਕੋਈ ਨਹੀਂ ਨਜ਼ਰ ਆਉਂਦਾ, ਇਹ ਤੇਰੀ ਭੁੱਲ ਏ। ਕਦੀ ਮੇਰੇ ਕੋਲ ਬਹਿ ਕੇ ਵੇਖ, ਮੈਨੂੰ ਤੇ ਮੇਰੇ ਤੋਂ ਵੱਧ ਦੁਖੀ ਕੋਈ ਨਹੀਂ ਨਜ਼ਰ ਆਉਂਦਾ। ਉਹ ਕਹਿੰਦਾ ਤੁਹਾਨੂੰ ਕੀ ਦੁੱਖ ਹੈ? ਕਹਿੰਦਾ 4 ਕੇ 5 ਤਰ੍ਹਾਂ ਦੀਆਂ ਬਿਮਾਰੀਆਂ ਮੈਨੂੰ ਲੱਗੀਆਂ ਨੇ। ਸ਼ੂਗਰ ਦੀ ਬਿਮਾਰੀ ਮੈਨੂੰ, ਬਲੱਡ ਪ੍ਰੈਸ਼ਰ ਦੀ ਬਿਮਾਰੀ ਮੈਨੂੰ, ਗੋਡਿਆਂ 'ਚ ਮੇਰੇ ਦਰਦ, ਹਾਰਟ 'ਚ ਮੇਰੇ ਪ੍ਰੋਬਲਮ ਹੈ। 4-5 ਤਰ੍ਹਾਂ ਦੀਆਂ ਮੈਨੂੰ ਬਿਮਾਰੀਆਂ ਲੱਗੀਆਂ, ਤੂੰ ਮੈਨੂੰ ਕਹਿੰਦਾ ਸੁਖੀ, ਮੈਨੂੰ ਤੇ ਮੇਰੇ ਤੋਂ ਵੱਧ ਦੁਖੀ ਕੋਈ ਨਹੀਂ ਨਜ਼ਰ ਆਉਂਦਾ। ਤੇ ਜਦੋਂ ਪਿਆਰਿਓ ਉੱਥੇ ਗੱਲ ਨਾ ਬਣੀ
ਭਾਲਦਾ ਅਗਾਂਹ ਲੰਘਿਆ ਕਿ ਹੋਰ ਕੋਈ ਸੁਖੀ ਬੰਦਾ ਲੱਭਦੇ, ਤੇ ਨਿਗਾਹ ਪਈ ਇੱਕ ਲੀਡਰ ਦੀ ਗੱਡੀ ਦੇ ਉੱਤੇ। ਕਹਿੰਦਾ ਲਾਲ ਬੱਤੀਆਂ ਲੱਗੀਆਂ ਨੇ, ਹੋਰ ਬੋਡੀਗਾਰਡ ਵੀ ਨਾਲ ਨੇ, ਜੋ ਕਲਮ ਰਾਹੀਂ ਲਿਖਦਾ ਸਾਰੇ ਮੰਨਦੇ ਨੇ, ਜੋ ਕੁਝ ਵੀ ਕਹਿੰਦਾ ਹੁਕਮ ਸਭ ਦੇ ਉੱਪਰ ਚੱਲਦਾ, ਸਭ ਮੰਨਦੇ ਨੇ। ਕਹਿੰਦਾ ਲੀਡਰ ਤੋਂ ਵੱਧ ਸੁਖੀ ਕੋਈ ਨਹੀਂ। ਜਦੋਂ ਗਿਆ ਲੀਡਰ ਦੇ ਕੋਲੋਂ ਟਾਈਮ ਲੈ ਕੇ ਜਦੋਂ ਮਿਲਿਆ ਉਹਨੂੰ ਜਾ ਕੇ, ਕਹਿੰਦਾ ਲੀਡਰ ਜੀ ਕੰਮ ਹੈ ਤੁਹਾਡੇ ਨਾਲ, ਪਰ ਕੰਮ ਅਜੀਬ ਹੈ। ਲੀਡਰ ਕਹਿੰਦਾ ਕੀ ਕੰਮ ਹੈ? ਕਹਿੰਦਾ ਕੰਮ ਇਹ ਕਿ ਮੈਨੂੰ ਤੁਹਾਡੇ ਇੱਕ ਪੈਰ ਦੀ ਜੁੱਤੀ ਚਾਹੀਦੀ ਹੈ। ਆਖੋ ਸਤਨਾਮ। ਉਸ ਵੇਲੇ ਲੀਡਰ ਕਹਿੰਦਾ ਤੂੰ ਜੁੱਤੀ ਇੱਕ ਪੈਰ ਦੀ ਕੀ ਕਰਨੀ? ਕਹਿੰਦਾ ਏਦਾਂ ਮਹਾਂਪੁਰਸ਼ਾਂ ਕੋਲ ਸੁੱਖ ਲੈਣ ਗਿਆ ਸਾਂ, ਕਹਿੰਦੇ ਸੁਖੀ ਬੰਦੇ ਦੇ ਪੈਰ ਦੀ ਜੁੱਤੀ ਲਿਆ, ਮੈਨੂੰ ਵੀ ਸੁੱਖ ਮਿਲੇਗਾ, ਮੈਨੂੰ ਤੁਹਾਡੇ ਤੋਂ ਵੱਧ ਸੁਖੀ ਨਹੀਂ ਕੋਈ ਨਜ਼ਰ ਆਉਂਦਾ, ਇੱਕ ਪੈਰ ਦੀ ਜੁੱਤੀ ਦਿਓ। ਤੇ ਲੀਡਰ ਕਹਿੰਦਾ ਜੁੱਤੀ ਭਾਵੇਂ ਲੈ ਜਾ, ਪਰ ਕਹਿੰਦਾ ਮੇਰੇ ਤੋਂ ਵੱਧ ਸੁਖੀ ਕੋਈ ਨਹੀਂ, ਮੇਰੇ ਕੋਲ ਬਹਿ, ਮੈਂ ਤੈਨੂੰ ਦੱਸਦਾ ਆਪਣੇ ਦੁੱਖ। ਕਹਿੰਦਾ ਵਿਰੋਧੀ ਪਾਰਟੀ ਨੇ 5 ਤਰ੍ਹਾਂ ਦੇ ਕੇਸ ਮੇਰੇ ਤੇ ਕੀਤੇ ਹੋਏ ਨੇ। ਆਖੋ ਸਤਨਾਮ। ਜਿਹਦੇ 'ਚ 2 ਤੇ ਸੱਚੇ ਨੇ, ਪਰ 3 ਐਵੇਂ ਝੂਠੇ ਮੇਰੇ ਉੱਪਰ ਕੇਸ ਕੀਤੇ, ਮੈਨੂੰ ਤੇ ਮੇਰੇ ਤੋਂ ਵੱਧ ਦੁਖੀ ਨਹੀਂ ਕੋਈ ਨਜ਼ਰ ਆਉਂਦਾ। ਜਦੋਂ ਉੱਥੇ ਵੀ ਗੱਲ ਨਾ ਬਣੀ, ਘੁੰਮਦਾ ਥੱਕਿਆ ਹਾਰਿਆ ਇੱਕ ਬਾਗ ਦੇ ਵਿੱਚ ਪਹੁੰਚਿਆ, ਤੇ ਕੀ ਵੇਖਦਾ ਇੱਕ ਬੰਦਾ ਨਿਸ਼ਚਿੰਤ ਹੋ ਕੇ ਰੱਬ ਦੀ ਲੀਲਾ ਦੇ ਵਿੱਚ ਕਿਸੇ ਮਸਤੀ ਦੇ ਵਿੱਚ ਮਸਤ, ਉਹਦੇ ਨਾਮ ਦੇ ਰੰਗ ਦੇ ਵਿੱਚ ਗੜੌਂਦ ਲੰਮੇ ਪਿਆ। ਕਹਿੰਦਾ ਇਹਦੇ ਤੋਂ ਵੱਧ ਲੱਗਦਾ ਸੁਖੀ ਕੋਈ ਨਹੀਂ। ਜਦੋਂ ਉਹਦੇ ਇੱਕ ਪੈਰ ਦੀ ਜੁੱਤੀ ਚੁੱਕ ਕੇ ਭੱਜਣ ਲੱਗਾ, ਕਹਿੰਦਾ ਸੁੱਤਾ ਪਿਆ ਇਹਨੂੰ ਕੀ ਠਾਉਣਾ। ਜਦੋਂ ਜੁੱਤੀ ਚੁੱਕ ਕੇ ਭੱਜਣ ਲੱਗਾ, ਉਹਦੀ ਅੱਖ ਖੁੱਲੀ ਤੇ ਆਵਾਜ਼ ਮਾਰੀ ਪਿੱਛੋਂ, ਬਈ ਮੇਰੀ ਜੁੱਤੀ ਕਿੱਧਰ ਲੈ ਜਾ ਰਹੇ ਆ? ਤੇ ਜਦੋਂ ਘੁੰਮ ਕੇ ਵੇਖਿਆ ਤੇ ਕੀ ਵੇਖਦਾ, ਇਹ ਤੇ ਉਹੀ ਮਹਾਂਪੁਰਸ਼ ਨੇ ਜਿਨ੍ਹਾਂ ਨੇ ਮੈਨੂੰ ਜੁੱਤੀ ਲੈਣ ਭੇਜਿਆ ਸੀ। ਆਖੋ ਸਤਨਾਮ। ਇਹ ਤੇ ਉਹੀ ਮਹਾਂਪੁਰਸ਼ ਨੇ ਜਿਨ੍ਹਾਂ ਨੇ ਮੈਨੂੰ ਜੁੱਤੀ ਲੈਣ ਭੇਜਿਆ ਸੀ। ਮਹਾਂਪੁਰਸ਼ ਕਹਿਣ ਲੱਗੇ ਬਈ ਅਸੀਂ ਤੇ ਤੈਨੂੰ ਜੁੱਤੀ ਲੈਣ ਭੇਜਿਆ, ਤੂੰ ਸਾਡੀ ਜੁੱਤੀ ਚੁੱਕੀ ਜਾਂਦਾ, ਤੈਨੂੰ ਕੋਈ ਹੋਰ ਸੁਖੀ ਨਹੀਂ ਲੱਭਾ? ਕਹਿੰਦਾ ਮਹਾਂਪੁਰਸ਼ੋ ਬੜਾ ਨਗਰ ਦੇ ਵਿੱਚ ਫਿਰ ਲਿਆ, ਪਰ ਮੈਨੂੰ ਕੋਈ ਹੋਰ ਸੁਖੀ ਨਹੀਂ ਲੱਭਾ। ਦੱਸੋ ਮੈਨੂੰ ਸੁੱਖ ਕਿੱਥੇ ਹੈ? ਸੁੱਖ ਕਿੱਥੇ ਹੈ? ਕਿਵੇਂ ਸੁਖੀ ਹੋਵਾਂ? ਮਹਾਂਪੁਰਸ਼ਾਂ ਨੇ ਸੁਮਤ ਦਿੱਤੀ। ਕਹਿੰਦੇ ਹਰ ਬੰਦਾ ਚਾਹੁੰਦਾ ਹਰ ਕੰਮ ਮੇਰੀ ਮਰਜ਼ੀ ਨਾਲ ਹੋਵੇ। ਜਦ ਤੱਕ ਆਪਣੀ ਮਰਜ਼ੀ ਉਦੋਂ ਤੱਕ ਦੁਖੀ ਹੈ। ਜਰਾ ਜਿੰਨਾ ਆਪਣੀ ਮਰਜ਼ੀ ਨੂੰ ਛੱਡ ਕੇ ਰੱਬ ਦੀ ਮਰਜ਼ੀ ਦੇ ਨਾਲ ਮਰਜ਼ੀ ਮਿਲਾਉਣੀ ਸ਼ੁਰੂ ਕਰ ਦੇਵੇ, ਦੁੱਖ 'ਚ ਰਹਿੰਦਾ ਵੀ ਸੁਖੀ ਹੋ ਜਾਏਗਾ। ਉਹ ਕਹਿੰਦਾ ਉਹ ਕਿਵੇਂ? ਕਹਿੰਦਾ ਜਿਹੜੇ ਸੇਠ ਦੇ ਕੋਲ ਤੂੰ ਗਿਆ, ਤੂੰ ਦੱਸਿਆ ਹੁਣੇ, ਜਿਹੜਾ ਕਹਿੰਦਾ ਉਹਨੂੰ 4-5 ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਨੇ, ਉਹ ਵੀ ਦੁੱਖਾਂ 'ਚ ਰਹਿ ਕੇ ਸੁਖੀ ਹੋ ਸਕਦਾ। ਕਹਿੰਦੇ ਉਹ ਕਿਵੇਂ? ਕਹਿੰਦੇ ਰੱਬ ਦੀ ਮਰਜ਼ੀ ਨਾਲ ਮਰਜ਼ੀ ਮਿਲਾ ਦੇਵੇ। ਉਹ ਐਵੇਂ ਸੇਠ ਕਹਿੰਦਾ ਨਾ ਉਹਨੂੰ ਸ਼ੂਗਰ ਹੈ, ਤੇ ਸੇਠ ਬਸ ਇੰਨੀ ਗੱਲ ਆਪਣੇ ਅੰਦਰ ਧਾਰ ਲਵੇ, ਜੇ ਰੱਬ ਨੇ ਮੈਨੂੰ ਸ਼ੂਗਰ ਦੀ ਬਿਮਾਰੀ ਦਿੱਤੀ, ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਖਾਣ ਦੇ ਲਈ ਮੇਰਾ ਮਨ ਤਰਸਦਾ ਰਹਿਣਾ ਸੀ। ਆ ਜਿਹੜੀ ਰੱਬ ਨੇ ਮੈਨੂੰ ਸ਼ੂਗਰ ਦੀ ਬਿਮਾਰੀ ਦੇ ਦਿੱਤੀ ਏ, ਹੋ ਸਕਦਾ ਹੈ ਰੱਬ ਨਿਰੰਕਾਰ ਮੈਨੂੰ ਗੁਰਮੁਖ ਵਾਲੀ ਅਵਸਥਾ ਦੇਣਾ ਚਾਹੁੰਦਾ ਹੋਵੇ, ਘੱਟ ਖਾਣ ਵਾਲੀ। ਆਖੋ ਸਤਨਾਮ। ਭਾਵੇਂ ਦੁੱਖ ਹੈ, ਪਰ ਦੁੱਖ 'ਚ ਰਹਿੰਦਾ ਬੰਦਾ ਵੀ ਦੁਖੀ ਨਹੀਂ ਹੋਏਗਾ, ਸੁਖੀ ਰਹੇਗਾ ਜਦੋਂ ਉਹਦੀ ਮਰਜ਼ੀ ਨਾਲ ਮਰਜ਼ੀ ਮਿਲਾਉਣੀ ਸ਼ੁਰੂ ਕਰਤੀ। ਜਿਹੜਾ ਲੀਡਰ ਹੈ ਕਹਿੰਦਾ 5 ਕੇਸ ਕੀਤੇ ਨੇ ਵਿਰੋਧੀ ਪਾਰਟੀ ਨੇ ਉਹਦੇ ਉੱਤੇ, ਉਹ ਵੀ ਸੁਖੀ ਹੋ ਸਕਦਾ। ਜਿਹੜੇ 3 ਕੇਸ ਝੂਠੇ ਨੇ ਉਹਨਾਂ ਲਈ ਵੀ ਉਪਰਾਲਾ ਕਰੇ, ਤੇ ਜਿਹੜੇ 2 ਕੇਸ ਸੱਚੇ ਹੋਏ ਨੇ, ਲੀਡਰ ਦੀ ਗਲਤੀ ਹੈ ਜਿਹਦੇ ਵਿੱਚ, ਉਹ ਆਪਣੇ ਮਨ 'ਚ ਧਾਰ ਲਵੇ। ਜਿਹੜਾ ਬੰਦੇ ਨੂੰ ਬੰਦੇ ਦੀ ਗਲਤੀ ਦੱਸੇ, ਸਹੀ ਮੈਣਿਆਂ 'ਚ ਅਸਲੀ ਮਿੱਤਰ ਉਹੀ ਹੁੰਦਾ ਹੈ। ਆਖੋ ਸਤਨਾਮ। ਜਿਹੜਾ ਉਹ ਚਾਪਲੂਸੀ ਕਰੇ ਉਹ ਮਿੱਤਰ ਨਹੀਂ, ਉਹ ਤੇ ਡੋਬ ਰਿਹਾ। ਜਿਹੜਾ ਬੰਦੇ ਨੂੰ ਸਹੀ ਮੈਣਿਆਂ 'ਚ ਸਾਹਮਣੇ ਬਹਿ ਕੇ ਪਿਆਰ ਨਾਲ ਉਹਦੀ ਗਲਤੀ ਸਮਝਾ ਦੇਵੇ, ਉਹਦਾ ਮਿੱਤਰ ਅਸਲੀ ਉਹ ਹੈ। ਕਹਿੰਦਾ ਲੀਡਰ ਆਪਣੇ ਮਨ 'ਚ ਇਹ ਗੱਲ ਧਾਰ ਲਵੇ, ਜਿਹੜੇ 2 ਕੇਸ ਸੱਚੇ ਹੋਏ ਨੇ, ਜੇ ਉਹ ਮੈਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਰੱਬ ਮੇਰੀਆਂ ਗਲਤੀਆਂ ਦੇ ਕਰਕੇ ਅਗਾਂਹ ਤੋਂ ਗਲਤੀ ਮੈਂ ਨਾ ਕਰਾਂ, ਉਹ ਗਲਤੀਆਂ ਨੂੰ ਸੁਧਾਰਨ ਦੇ ਲਈ ਇਹ ਕੇਸ ਕਰਵਾਏ ਨੇ। ਆਖੋ ਸਤਨਾਮ। ਦੁੱਖ ਤੇ ਹੈ ਕੇਸਾਂ ਦਾ, ਪਰ ਦੁੱਖ 'ਚ ਰਹਿੰਦਾ ਬੰਦਾ ਵੀ ਦੁਖੀ ਨਹੀਂ ਹੋਏਗਾ। ਗੱਜ ਕੇ ਆਖੋ ਸਤਨਾਮ। ਜਿੰਨੀ ਵੀ ਸੰਗਤ ਬੈਠੀ, ਸਾਰਿਆਂ ਨੂੰ ਬੇਨਤੀ ਹੈ, ਇਹ ਮਹਾਂਪੁਰਸ਼ਾਂ ਨੇ ਕੇਵਲ ਉਹਨੂੰ ਨਹੀਂ ਸਮਝਾਇਆ, ਸਾਨੂੰ ਵੀ ਸਮਝਾਇਆ ਕਿ ਹਰ ਬੰਦਾ ਆਪਣੀ ਮਰਜ਼ੀ ਦੇ ਨਾਲ ਹਰ ਕੰਮ ਕਰਨਾ ਚਾਹੁੰਦਾ ਹੈ। ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮਿਲਾ ਦੇਵੇ, ਤੇ ਫਿਰ ਦੁੱਖ 'ਚ ਰਹਿੰਦਾ ਬੰਦਾ ਵੀ ਦੁਖੀ ਨਹੀਂ ਹੋਵੇਗਾ। ਭਾਈ ਗੁਰਦਾਸ ਜੀ ਇਹ ਬੜੀ ਪਿਆਰੀ ਅਵਸਥਾ ਦਾ ਜ਼ਿਕਰ ਆਪਣੀ ਵਾਰ ਦੇ ਵਿੱਚ ਕਰ ਰਹੇ ਨੇ। ਆਓ ਪੜ੍ਹ ਕੇ ਪੰਕਤੀਆਂ ਕਰੀਏ ਜੀ ਸਮਾਪਤੀ। ਕਾਰਨ ਕਰਤਾ
करे शुक्राना, करे शुक्राना, करे शुक्राना।